ਹੈਲੋ एवरीवन ਵੈਲਕਮ ਟੂ ਯਦੂਜ਼ ਐਜੂਕੇਸ਼ਨ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ। ਲਿੰਕ ਨੂੰ ਵੀ ਸ਼ੇਅਰ ਕਰ ਦਿਆ ਕਰੋ, ਜਿਹੜੇ ਵੀ ਨਵੇਂ ਆਏ ਉਹ ਚੈਨਲ ਦੇ ਉੱਪਰ ਸਬਸਕ੍ਰਾਈਬ ਕਰ ਦਿਆ ਕਰੋ। ਤਾਂ ਆਪਾਂ ਇਸ ਦੇ ਨਾਲ ਹੀ ਸ਼ੁਰੂ ਕਰਾਂਗੇ ਅੱਜ ਦੀ ਕਲਾਸ, ਜਿਸ ਦੇ ਵਿੱਚ ਆਪਾਂ ਡਿਸਕਸ ਕਰਨਾ ਹੈਗਾ ਪ੍ਰੀਵੀਅਸ ਈਅਰ ਪੇਪਰ ਪੀਐਸਟੈਟ 2 ਪੀਐਸਟੈਟ 2 ਦੀ ਡਿਸਕਸ਼ਨ ਕਰਾਂਗੇ ਵੀ ਆਪਾਂ। ਪੀਐਸਟੈਟ 2 ਦੀ ਜੇ ਗੱਲ ਕਰੀਏ ਜਾਂ ਪੀਐਸਟੈਟ 1 ਦੀ ਗੱਲ ਕਰੀਏ ਤਾਂ 2013 ਦੇ ਵਿੱਚ ਤੁਹਾਡੇ ਦੋ ਐਗਜ਼ਾਮਸ ਹੋਏ ਸੀਗੇ, ਜਿਨ੍ਹਾਂ ਦੇ ਵਿੱਚੋਂ ਇੱਕ ਐਗਜ਼ਾਮ ਤਾਂ ਹੋਇਆ ਤੁਹਾਡਾ ਜੂਨ ਦੇ ਵਿੱਚ ਹੋਇਆ, ਦੂਸਰਾ ਹੋਇਆ ਤੁਹਾਡਾ ਦਸੰਬਰ ਦੇ ਵਿੱਚ। ਤਾਂ ਅੱਜ ਦੀ ਜਿਹੜੀ ਆਪਣੀ ਡਿਸਕਸ਼ਨ ਹੈ ਉਹ ਹੋਏਗੀ ਦਸੰਬਰ ਵਾਲੇ ਐਗਜ਼ਾਮ ਦੀ ਹੈਗੀ, ਜਿਹਦੇ ਵਿੱਚ 30 ਕੁਐਸਚਨਸ ਦੇ ਵਿੱਚੋਂ ਆਪਾਂ ਕੁਝ ਕੁਐਸਚਨ ਇਸ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਤੇ ਬਾਕੀ ਦੇ ਕੁਐਸਚਨਸ ਆਪਾਂ ਨੈਕਸਟ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਪ੍ਰੀਵੀਅਸ ਈਅਰ ਪੇਪਰ ਵੀ ਜ਼ਰੂਰ ਦੇਖੋ, ਇੱਕ ਵਾਰੀ ਡਿਸਕਸ਼ਨ ਦੇ ਵਿੱਚ ਜ਼ਰੂਰ ਚੈੱਕ ਕਰਿਆ ਕਰੋ, ਕਿਉਂਕਿ ਇਹਦੇ ਨਾਲ ਤੁਹਾਨੂੰ ਕਲੈਰੀਫਾਈ ਹੋ ਜਾਂਦਾ ਵੀ ਤੁਹਾਨੂੰ ਕਿਸ ਲੈਵਲ ਤੇ ਜਾ ਕੇ ਕੁਐਸਚਨ ਪੁੱਛੇ ਜਾ ਰਹੇ ਹੈ ਤੇ ਕਿੰਨਾ ਟੌਪਿਕਸ ਦੇ ਉੱਪਰ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਹੈਗਾ। ਤਾਂ ਇਹਨਾਂ ਚੀਜ਼ਾਂ ਦਾ ਕਲੈਰਿਟੀ ਦੇ ਲਈ ਤਾਂ ਆਪਾਂ ਪ੍ਰੀਵੀਅਸ ਈਅਰ ਨੂੰ ਜ਼ਰੂਰ ਦੇਖ ਕੇ ਚੱਲਾਂਗੇ। ਇਸ ਦੇ ਨਾਲ ਹੀ ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ, ਜਿਹਦੇ ਵਿੱਚ ਤੁਹਾਡਾ ਕੁਐਸਚਨ ਨੰਬਰ 1 ਹੈਗਾ, which one of the following is the central idea of Gilligan's critique of Kohlberg's theory of moral development? ਹੇਠ ਲਿਖੇ ਵਿੱਚੋਂ ਕੋਲਬਰਗ ਦੇ ਨੈਤਿਕ ਵਿਕਾਸ ਦੇ ਸਿਧਾਂਤ ਦੀ ਗਿਲੀਗਨ ਦੀ ਮੀਮਾਂਸਾ ਦੀ ਵਿਕਾਸ ਕੀ ਹੈ। ਮਤਲਬ ਇੱਥੇ ਥੋੜੀ ਦੇਖੋ ਵੀ ਵਿਕਾਸ ਕੀ ਹੈ ਦੀ ਗੱਲ ਨਹੀਂ ਕਰ ਰਿਹਾ। ਇੰਗਲਿਸ਼ ਵਾਲੀ ਸਟੇਟਮੈਂਟ ਤੇ ਜਾਓ, ਕ੍ਰਿਟਿਕ ਆਫ ਕਹਿੰਦੇ ਜਿਹੜੀ ਕੋਲਬਰਗ ਦੇ ਨੈਤਿਕ ਵਿਕਾਸ ਦੀ ਜੇ ਗੱਲ ਕਰਦੇ ਆ ਥਿਊਰੀ ਹੈਗੀ, ਉਹਦੀ ਆਲੋਚਨਾ ਕੀਤੀ ਗਈ ਹੈ ਗਿਲੀਗਨ ਦੇ ਦੁਆਰਾ, ਕਿਸ ਪਰਸਪੈਕਟਿਵ ਤੇ ਕੀਤੀ ਗਈ ਹੈ, ਕਿਸ ਆਧਾਰ ਤੇ ਕੀਤੀ ਗਈ ਹੈ, ਉਸ ਦੀ ਗੱਲ ਕਰਦੇ ਆ ਵੀ ਇੱਥੇ ਆਪਾਂ। ਤਾਂ ਫਰਸਟ ਆਪਸ਼ਨ ਹੈ ਤੁਹਾਡੀ ਕਲਾਸ ਬਿਆਸ ਹੈਗੀ, ਸੈਕਿੰਡ ਹੈ ਕਲਚਰਲ ਬਿਆਸ ਹੈਗੀ, ਥਰਡ ਆਪਸ਼ਨ ਹੈ ਤੁਹਾਡੀ ਜੈਂਡਰ ਬਿਆਸ ਐਂਡ ਫੋਰਥ ਆਪਸ਼ਨ ਹੈ ਤੁਹਾਡੀ ਰੇਸ਼ੀਅਲ ਬਿਆਸ, ਨਸਲੀ ਪੱਖਪਾਤ। ਹੁਣ ਦੇਖੋ ਕਲਾਸ ਬਿਆਸ ਤੁਹਾਨੂੰ ਪਤਾ ਲੱਗਦਾ ਵੀ ਵਰਗ ਦੇ ਆਧਾਰ ਤੇ ਭਿੰਨਤਾ ਕੀਤੀ ਹੈਗੀ ਹੈ, ਸੱਭਿਆਚਾਰਕ ਪੱਖਪਾਤ ਦੇ ਆਧਾਰ ਤੇ ਭਿੰਨਤਾ ਕੀਤੀ ਹੈ, ਜਾਂ ਲਿੰਗਕ ਪੱਖਪਾਤ ਦੀ। ਤੁਸੀਂ ਇਹ ਥਿਊਰੀ ਕਰਕੇ ਆਏ ਹੋ ਬਹੁਤ ਚੰਗੀ ਤਰ੍ਹਾਂ, ਦੋਨੋਂ ਥਿਊਰੀਜ਼ ਕਰ ਚੁੱਕੇ ਹੋ, ਨਾਲ ਨਾਲ ਹੀ ਤੁਸੀਂ ਕੋਲਬਰਗ ਵੀ ਕੀਤੀ ਐਂਡ ਗਿਲੀਗਨ ਵੀ, ਜਿਹਦੇ ਵਿੱਚ ਆਪਾਂ ਸਪੈਸ਼ਲ ਤੌਰ ਤੇ ਡਿਸਕਸ ਕੀਤਾ ਵੀ ਗਿਲੀਗਨ ਨੇ ਕਿਸ ਆਧਾਰ ਤੇ ਆਲੋਚਨਾ ਕੀਤੀ ਹੈ। ਉਹਨਾਂ ਨੇ ਕਿਹਾ ਵੀ ਜਿਹੜਾ ਵੀ ਕੀ ਹੁੰਦਾ ਹੈ, ਕਹਿੰਦੇ ਨੈਤਿਕਤਾ ਦੀ ਗੱਲ ਕੀਤੀ ਹੈ ਕੋਲਬਰਗ ਨੇ, ਕਹਿੰਦੇ ਉਹਦੇ ਵਿੱਚ ਲਿੰਗੀ ਪੱਖਪਾਤ ਕੀਤਾ। ਇਹਨਾਂ ਨੇ ਮੇਲਸ ਨੂੰ ਕੀ ਦਿੱਤੀ ਹੈ, ਜ਼ਿਆਦਾ ਇੰਪੋਰਟੈਂਸ ਦਿੱਤੀ ਹੈ, ਜਦਕਿ ਫੀਮੇਲਸ ਦੇ ਇਮੋਸ਼ਨਸ ਮੈਟਰ ਕਰਦੇ ਆ ਨੈਤਿਕਤਾ ਦੇ ਵਿੱਚ। ਤਾਂ ਇਹਦੇ ਵਿੱਚ ਤੁਹਾਡਾ ਰਾਈਟ ਆਨਸਰ ਕੀ ਬਣਦਾ ਵੀ ਥਰਡ ਆਪਸ਼ਨ ਤੁਹਾਡੀ ਬਣਦੀ ਹੈ ਰਾਈਟ ਆਨਸਰ। ਜੈਂਡਰ ਬਿਆਸ ਦੀ ਗੱਲ ਕਰ ਰਹੇ ਹਾਂ ਇਸ ਦੇ ਵਿੱਚ ਆਪਾਂ। ਆਨਸਰ ਜ਼ਰੂਰ ਕਰਨ ਦੀ ਕੋਸ਼ਿਸ਼ ਕਰਿਆ ਕਰੋ, ਜਿਹੜੇ ਵੀ ਦੇਖੋ ਮਤਲਬ ਐਟ ਪ੍ਰੈਜ਼ੈਂਟ ਮੀਨਸ ਲਾਈਵ ਦੇਖਦੇ ਹੋ, ਰਿਕਾਰਡਿੰਗ ਦੇਖਦੇ ਹੋਗੇ, ਦੋਨੋਂ ਹੀ ਤਰੀਕੇ ਨਾਲ ਆਨਸਰ ਜ਼ਰੂਰ ਕਰਨ ਦੀ ਕੋਸ਼ਿਸ਼ ਕਰਿਆ ਕਰੋ, ਚਾਹੇ ਪਰਸਨਲੀ ਕਰ ਰਹੇ ਹੋ ਜਿਵੇਂ ਵੀ ਹੈਗਾ ਤੁਹਾਡਾ। ਕੁਐਸਚਨ ਨੰਬਰ 2 ਹੈਗਾ, ਵਿਚ ਵਨ ਆਫ ਦਾ ਫੋਲੋਇੰਗ ਅਸੈਸਿਸ ਸਟਰਕਚਰ ਆਫ ਇੰਟੈਲੀਜੈਂਸ ਐਂਡ ਇਟਸ ਅੰਡਰਲਾਈਂਗ ਡਾਇਮੈਂਸ਼ਨ। ਕਹਿੰਦੇ ਹੇਠ ਲਿਖਿਆ ਵਿੱਚੋਂ ਕਿਹੜਾ ਬੁੱਧੀ ਦੀ ਸੰਰਚਨਾ ਦੀ ਗੱਲ ਹੋ ਰਹੀ ਹੈ, ਉਸ ਦੀਆਂ ਮੂਲ ਤਹਿਾਂ ਦੇ ਪਸਾਰਾਂ ਦਾ ਮੁਲਾਂਕਣ ਕਰਦਾ ਹੈ। ਸਾਈਕੋਮੈਟ੍ਰਿਕ ਅਪਰੋਚ ਹੈਗੀ, ਸਟਰਕਚਰਲ ਅਪਰੋਚ ਹੈ, ਜਾਂ ਸਾਈਕੋ ਐਨਾਲਿਟੀਕਲ ਅਪਰੋਚ ਹੈ, ਇਨਫੋਰਮੇਸ਼ਨ ਪ੍ਰੋਸੈਸਿੰਗ ਅਪਰੋਚ ਹੈਗੀ। ਦੇਖੋ ਸਿੰਪਲ ਜੀ ਗੱਲਬਾਤ ਹੈ ਬਈ, ਜੇ ਆਪਾਂ ਗੱਲ ਕਰਦੇ ਹਾਂ ਬੁੱਧੀ ਦੀ ਸੰਰਚਨਾ ਦੀ, ਮੂਲ ਤਹਿਾਂ ਦੀ, ਤਾਂ ਤੁਹਾਡੇ ਕੋਲੇ ਰਾਈਟ ਆਨਸਰ ਆਉਣਾ ਚਾਹੀਦਾ ਸੀ, ਕਿਉਂਕਿ ਦੇਖੋ ਸਾਈਕੋ ਐਨਾਲਿਟਿਕ ਕਰਕੇ ਉਹ ਮਨੋਵਿਸ਼ਲੇਸ਼ਨਾਤਮਕ ਪਹੁੰਚ ਦੀ ਗੱਲ ਕਰਦੇ ਆ, ਤਾਂ ਉਹਦੇ 'ਚ ਮਨ ਦਾ ਅਧਿਐਨ ਕੀਤਾ ਗਿਆ, ਜਿਹਦੇ ਵਿੱਚ ਇਡ, ਈਗੋ, ਸੁਪਰ ਈਗੋ, ਇਹਨਾਂ ਚੀਜ਼ਾਂ ਦੀ ਡਿਸਕਸ਼ਨ ਆਪਾਂ ਕਰਦੇ ਹੈਗੇ। ਸਟਰਕਚਰਲ ਅਪਰੋਚ ਦਾ ਸੰਬੰਧ ਹੈਗਾ ਤੁਹਾਡੇ ਗ੍ਰਾਮੈਟੀਕਲ ਸੈਂਟੈਂਸਿਸ ਦੀ ਸਟਰਕਚਰਸ ਦੇ ਨਾਲ। ਇਨਫੋਰਮੇਸ਼ਨ ਪ੍ਰੋਸੈਸਿੰਗ ਅਪਰੋਚ ਦਾ ਸੰਬੰਧ ਹੈਗਾ ਤੁਹਾਡਾ ਅਬਾਊਟ ਮੈਮਰੀ ਦੇ ਨਾਲ। ਤਾਂ ਤੁਹਾਡੇ ਕੋਲੇ ਇੱਥੇ ਜਿਹੜਾ ਇੰਟੈਲੀਜੈਂਸ ਬੁੱਧੀ ਦੀ ਸੰਰਚਨਾ ਦਾ ਸੰਬੰਧ ਹੈਗਾ ਉਹ ਕਿਹਦੇ ਨਾਲ ਹੈ, ਸਾਈਕੋਮੈਟ੍ਰਿਕ। ਦੇਖੋ ਡਾਇਰੈਕਟ ਆਨਸਰ ਮਿਲ ਰਿਹਾ ਫਿਰ ਆਪਣੇ, ਤਾਂ ਫਰਸਟ ਆਪਸ਼ਨ ਬਣਦੀ ਹੈ ਆਪਣੀ ਰਾਈਟ ਆਨਸਰ ਬਈ। ਕੁਐਸਚਨ ਨੰਬਰ 3 ਹੈ, ਹੂ ਕ੍ਰਿਟਿਕਡ ਪਿਆਜੇਸ ਥਿਊਰੀ ਬਾਈ ਸੇਇੰਗ ਦੈਟ। ਕਹਿੰਦੇ ਪਿਆਜੇ ਦੀ ਥਿਊਰੀ ਦੀ ਆਲੋਚਨਾ ਕੀਤੀ, ਕਿੰਨੇ ਕੀਤੀ ਇਹ ਚੀਜ਼ ਕਹਿ ਕੇ, ਇਫ ਅ ਚਾਈਲਡ ਵਿਲ ਨਾਟ ਲਰਨ ਬਿਫੋਰ। ਕਹਿੰਦੇ ਜੇਕਰ ਇੱਕ ਬੱਚਾ ਪਹਿਲਾਂ ਨਹੀਂ ਸਿੱਖ ਸਕਦਾ, ਕੀ ਤੋਂ ਪਹਿਲਾਂ, ਹੀ ਇਜ਼ ਕੈਪੇਬਲ ਟੂ ਲਰਨ। ਕਹਿੰਦੇ ਜਦੋਂ ਤੱਕ ਉਹ ਸਿੱਖਣ ਦੇ ਯੋਗ ਨਹੀਂ ਹੈਗਾ, ਉਸ ਤੋਂ ਪਹਿਲਾਂ ਕਹਿੰਦੇ ਉਹ ਸਿੱਖਦਾ ਹੀ ਨਹੀਂ ਹੈਗਾ, ਦੈਨ ਵਾਈ ਬੋਦਰ, ਕਹਿੰਦੇ ਫਿਰ ਕਿਉਂ ਫਿਕਰ ਕਰਨੀ। ਐਂਡ ਇਫ ਅ ਚਾਈਲਡ ਵਿਲ ਲਰਨ ਆਟੋਮੈਟਿਕਲੀ, ਕਹਿੰਦੇ ਜੇਕਰ ਇੱਕ ਬੱਚਾ ਆਪਣੇ ਆਪ ਹੀ ਸੁਤੰਤਰ ਤੌਰ ਤੇ ਕੀ ਕਰ ਲੂਗਾ, ਸਿੱਖ ਲੂਗਾ, ਆਫਟਰ ਹੀ ਹੈਜ਼ ਦਾ ਕੈਪੇਬਿਲਿਟੀ ਟੂ ਲਰਨ। ਕਹਿੰਦੇ ਜਦੋਂ ਉਹਦੇ ਵਿੱਚ ਸਿੱਖਣ ਦੀ ਕੀ ਆ ਜਾਂਦੀ ਹੈ, ਯੋਗਤਾ ਆ ਜਾਂਦੀ ਹੈ, ਤਾਂ ਕਹਿੰਦੇ ਆਪਣੇ ਆਪ ਹੀ ਸਿੱਖ ਲੂਗਾ, ਤਾਂ ਵਾਈ ਬੋਦਰ, ਦੈਨ ਫਿਰ ਕਹਿੰਦੇ ਫਿਕਰ ਕਿਉਂ ਕਰਨੀ। ਦੇਖੋ ਇਹਨੇ ਦੋ ਤਰੀਕੇ ਨਾਲ ਕਿਹਾ,
कहते जो तक वो समर्था नहीं हैगी तो सीखता ही नहीं है। कहते फिर अपन क्यों फिक्र करनी है, जो कहते समर्था आ जूगी अपने आप सीख जूगा। जे कहते यही चीज़ चलती है कहते फिर तो अपन फिक्र करने की लोड़ ही नहीं, तो कहते बच्चे को कभी भी कुछ सिखाने की लोड़ ही नहीं, अपने आप ही सीख लूगा वो। तो ये चीज़ किसने गई सी। ये नाल दा क्वेश्चन तुहाडा एक होर एग्जाम दे विच सेम पूछा जा चुका सेम स्टेटमेंट के नाल। तो ये किने कहा भी आंसर कर दो भी फास्ट आंसर जरूर करने की कोशिश करो, मैं बार बार तुहानूं बोल रही हाँ। तो फर्स्ट है तुहाडा ब्रूनर, सैकेंड है गार्डनर, थर्ड है स्टर्नबर्ग एंड फोर्थ वन इज मैस्लो। तो किसने कहा भी ये, तो ये तुहाडे कोले राइट आंसर की आता है इसका ब्रूनर आता है। तो ब्रूनर ने कहा सी जे कहते बच्चा सारा कुछ अपने आप ऑटोमैटिकली सीखता है, मीनस जो समर्था नहीं हैगी उदों सीखता नहीं है, कहते जो समर्था आ जाती है तो सीख लेगा। इसका मतलब की है कहते फिक्र करने की लोड़ नहीं हैगी उन्हें कहा। तो ब्रूनर ने कहा भी ये। नैक्सट है अकॉर्डिंग टू एल्बर्ट बंडूरा द फॉलोइंग इज प्री कंडीशन फॉर ऑब्जरवेशनल लर्निंग। कहते बंडूरा के अनुसार प्रेखण करके सीखण लई पूर्व मतलब पहला वाली शर्त की हैगी, ऑब्जरवेशन करके सीखण दे लई पहला कंडीशन की होंदी है, बिहेवियर शुड बी सोशली एक्सैप्टेबल। कहते प्रेखण किया गया व्यवहार समाजिक तौर पर होना चाहिए है, मतलब जो प्रेखण का व्यवहार है ऑब्जरवेशन का बिहेवियर है कहते समाजिक तौर पर होना चाहिए है। मॉडल भी फिजिकली प्रेजेंट इन फ्रंट ऑफ द चाइल्ड, कहते जो मॉडल है बच्चे के सामने की होना चाहिए, पेश होना चाहिए, प्रगट होना चाहिए, सामने प्रस्तुत होना चाहिए। चाइल्ड मस्ट फुली अंडरस्टैंड द कॉन्सिक्वेंसिज ऑफ इमिटेटिंग द मॉडल। कहते बच्चे को मॉडल के अनुकरण के परिणामों की पूरी समझ होनी चाहिए है, मतलब जिन्होंने अनुकरण कर रहा है जिसका अनुकरण कर रहा है वो जी कॉन्सिक्वेंसिज परिणाम निकल के आ रहे कहते उन्होंने की होनी चाहिए, समझ होनी चाहिए है। द चाइल्ड मस्ट हैव द मोटर कैपेसिटी एंड द स्ट्रेंथ टू परफॉर्म द एक्शन ऑब्जर्वड। बच्चे विच मांसपेशी समर्था ते प्रेखण कार्य नूं करन दी ताकत होनी चाहिए है। तो इस दे विच भी देखो की क्या है, कहते ऑब्जरवेशन तो पहला दी गल कर रहे हैं, कहते प्री कंडीशन की है, शुरुआती कंडीशन की है ऑब्जरवेशन की। तो सिंपल जी गलबात है भी देखो आंसर करो इसका की हो सकता है, क्योंकि उन्हें कहा भी समाजिक तौर पर होना चाहिए है, सामने होना चाहिए है, कहते उन्होंने परिणामों की समझ होनी चाहिए या फिर मांसपेशी समर्थन से प्रेखण कार्य करने की ताकत हो। तो सिंपल आंसर है भी देखो प्री सब तो पहली कंडीशन तो यह है भी जो मॉडल है वो बच्चे के सामने, क्योंकि एल्बर्ट बंडूरा ने कहा भी बच्चा जो भी सामने कोई कार्य कर रहा है उन्होंने सोशली देख के ही सीखता है। तो आप इत्थे गल करते हैं, तो राइट आंसर की बनती है सैकेंड ऑप्शन बनती है भी मॉडल सरीरक तौर पर बच्चे के की होना चाहिए, सामने पेश होना चाहिए। नेक्स्ट क्वेश्चन है भी क्वेश्चन नंबर 5, विच वन ऑफ द फॉलोइंग इज नॉट अ फंक्शन ऑफ कंटिन्यूअस एंड कॉम्प्रीहेंसिव इवेल्यूएशन। हेठ लिखिया विचों केड़ा निरंतर ते व्यापक मूल्यांकन का कार्य नहीं है। हेल्प इन रेगुलर असाइनमेंट टू द कंटेंट एंड डिग्री टू द कंटेंट नहीं एक्सटेंट एंड डिग्री। विद्यार्थी की तरक्की की सीमा ते डिग्री तक बकाया असाइनमेंट विच मदद करना, कहते जी असाइनमेंट बची नहीं है कह रहे है वो नॉट अ फंक्शन ऑफ, देखो हेल्प करनी हैगी आपां। आइडेंटिफिकेशन ऑफ एरियाज ऑफ एप्टीट्यूड एंड इंटरस्ट, दिलचस्पी अते रुझान के खेत्रों की पछाण करना। नैक्सट है ब्रिंग इनोवेशन इन द फील्ड ऑफ एजुकेशन, सिक्ख्या के खेत्र में नवीनता लेके आओ। कहते हैल्पिंग टीचर्स टू ऑर्गेनाइज इफेक्टिव टीचिंग स्ट्रैटेजीज, कहते जोड़े टीचर्स है उन्होंने असरदार रणनीतियां की व्यवस्था करने च अध्यापक की मदद करनी चाहिए, उन्होंने सिखाया जा टीचर्स की हेल्प की जानी चाहिए है भी वधिया रणनीति सिखाना मीनस टीचिंग हैगी जी उन्होंने इफेक्टिव बनाने लई कि अध्यापकों की मदद करना। तो ये केड़ा तुहाडा राइट आंसर बनता है भी देखो इन्हें कहा भी नहीं हैगा कॉन्टीन्यूअस इवैल्यूएशन दे नहीं आता हैगा, तो की नहीं आता भी यदा आंसर कर दो। हाँ जी, तो आप ये की कह रहे हैं क्योंकि गल हो रही है भी नोट की, तो नोट के अकॉर्डिंग बिल्कुल डिग्री तक बकाया असाइनमेंट के हेल्प करनी चाहिए है, एक सीमा तक तरक्की की सीमा तक। दिलचस्पी के रुझान के खेत्रों की पछाण भी बिल्कुल करनी चाहिए है, तो आप कहने असरदार रणनीतियां भी जरूर बनाई जानिया चाहिए है। तो राइट आंसर की बनता है जिन्हें नहीं पूछा सी दिस इज नॉट द फंक्शन ऑफ है ना, तो की है कॉन्टीन्यूअस एंड कॉम्प्रीहेंसिव इवैल्यूएशन का की नहीं है फंक्शन नहीं की नहीं है सिक्ख्या के खेत्र में नवीनता लेके आना।
क्वेश्चन नंबर 6 है द मैनिफेस्टेशन ऑफ सिंबल सच एज सर्व impairment in social interaction and in communication be diagnosed as symptoms of ਇੱਕ ਦੂਜੇ ਨਾਲ ਕੀਤੀ ਗਈ ਸਮਾਜਿਕ ਕਿਰਿਆ ਇੱਕ ਦੂਸਰੇ ਨਾਲ ਜਿਹੜੀ ਵੀ ਇੰਟਰੈਕਸ਼ਨ ਹੋ ਰਹੀ ਹੈ ਸਮਾਜਿਕ ਕਿਰਿਆ ਹੋ ਰਹੀ ਹੈ ਅਤੇ ਸੰਚਾਰ ਵਿੱਚ ਵਧੇਰੇ ਅਸਮਰਥ ਹੋਣ ਵਰਗੇ ਲੱਛਣਾਂ ਦੇ ਪ੍ਰਗਟਾਅ ਨੂੰ ਹੇਠ ਲਿਖੇ ਲੱਛਣ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ। ਕਹਿੰਦੇ ਸਮਾਜਿਕ ਕਿਰਿਆ ਤੇ ਸੰਚਾਰ ਵਿੱਚ ਵਧੇਰੇ ਅਸਮਰਥ ਹੈ ਵਰਗੇ ਲੱਛਣਾਂ ਦੇ ਪ੍ਰਗਟਾਅ ਨੂੰ ਕਹਿੰਦੇ ਇਹਨਾਂ ਚੀਜ਼ਾਂ ਦੇ ਪ੍ਰਗਟਾਅ ਨੂੰ ਕਿਹਦੇ ਦੁਆਰਾ ਕੀ ਕੀਤਾ ਜਾਂਦਾ ਪਛਾਣਿਆ ਔਟਿਜ਼ਮ ਐਮਨੀਸ਼ੀਆ ਜਾਂ ਸੈਰੀਬਰਲ ਪੈਲਸੀ ਰੈਟਸ ਸਿੰਡਰੋਮ। ਤਾਂ ਇਹਦੇ ਵਿੱਚੋਂ ਆਨਸਰ ਕੀ ਬਣਦਾ ਵੀ ਦੇਖੋ ਕਿਉਂਕਿ ਔਟਿਜ਼ਮ ਦਾ ਸੰਬੰਧ ਕਿਹਦੇ ਨਾਲ ਹੈ ਇਸੇ ਗੱਲ ਨਾਲ ਹੈ ਸਮਾਜਿਕ ਕਿਰਿਆ ਤੇ ਸੰਚਾਰ ਵਿੱਚ ਵਧੇਰੇ ਅਸਮਰਥ ਹੋਣ ਵਰਗੇ ਲੱਛਣਾਂ ਦੇ ਪ੍ਰਗਟਾਅ ਦੇ ਤੌਰ ਤੇ ਮੀਨਸ ਇਹਨਾਂ ਵਿੱਚ ਅਸਮਰਥਾ ਦੀ ਗੱਲ ਕਰ ਰਿਹਾ ਹੈਗਾ ਤਾਂ ਇਹਦਾ ਸੰਬੰਧ ਕਿਹਦੇ ਨਾਲ ਹੈ ਤੁਹਾਡਾ ਔਟਿਜ਼ਮ ਦੇ ਨਾਲ ਹੈਗਾ। While discussing about Indian politics, the teacher with a view to help student to understand the concept uses such words as political will, social equality and the political assumptions. According to Vygotsky theory, this is an example of ਭਾਰਤ ਦੀ ਰਾਜਨੀਤੀ ਬਾਰੇ ਚਰਚਾ ਕਰਦਿਆਂ ਵਿਦਿਆਰਥੀਆਂ ਨੂੰ ਸੰਕਲਪ ਸਮਝਾਉਣ ਦੀ ਦ੍ਰਿਸ਼ਟੀ ਦੀ ਇੱਛਾ ਸਮਾਜਿਕ ਬਰਾਬਰੀ ਰਾਜਨੀਤਿਕ ਧਾਰਨਾਵਾਂ ਵਰਗੇ ਸ਼ਬਦ ਵਰਤਦਾ ਹੈਗਾ। ਕੌਣ ਵਰਤਦਾ ਹੈ ਟੀਚਰ ਵਰਤ ਰਿਹਾ ਹੈਗਾ। ਵਾਈਗੋਸਕੀ ਦੇ ਸਿਧਾਂਤ ਅਨੁਸਾਰ ਇਹ ਕੀ ਹੈਗੀ ਮਿਸਾਲ ਹੈ ਕਾਦੀ ਹੈ ਸਕਾਫੋਲਡਿੰਗ ਦੀ। ਸਕਾਫੋਲਡਿੰਗ ਕੀ ਹੁੰਦੀ ਹੈ ਵੀ ਤੁਹਾਡੀ ਜਿਹੜੀ ਟੈਂਪਰੇਰੀ ਤੌਰ ਤੇ ਬੱਚਿਆਂ ਨੂੰ ਕੀ ਦਿੱਤੀ ਜਾਂਦੀ ਹੈ ਸਹਾਇਤਾ ਦਿੱਤੀ ਜਾਂਦੀ ਹੈ ਉਹਨੂੰ ਬੋਲਦੇ ਆਪਾਂ ਸਕਾਫੋਲਡਿੰਗ ਤੇ ਇਹਦੇ ਨਾਲ ਇਹਦਾ ਸੰਬੰਧ ਨਹੀਂ ਹੈ। ਗਾਈਡਡ ਪਾਰਟਿਸਿਪੇਸ਼ਨ ਇਹਦੇ ਵਿੱਚ ਗੱਲ ਕਰਦੇ ਹਾਂ ਨਿਰਦੇਸ਼ਿਤ ਸਹਿਭਾਗਤਾ ਜਿਹਦੇ ਵਿੱਚ ਵੱਧ ਐਕਸਪੀਰੀਅੰਸਡ ਪਰਸਨ ਥੋੜੇ ਜਿਹੇ ਘੱਟ ਐਕਸਪੀਰੀਅੰਸ ਵਾਲੇ ਨੂੰ ਕੀ ਕਰਦਾ ਹੈਗਾ ਗਾਈਡ ਕਰਦਾ ਹੈ ਉਹਦੇ ਲਈ ਕੁਝ ਐਗਜ਼ਾਮਪਲਸ ਲੈ ਕੇ ਚੱਲਦਾ ਹੈਗਾ। ਅਪ੍ਰੈਂਟਿਸਸ਼ਿਪਸ ਦੀ ਗੱਲ ਕਰਦੇ ਹਾਂ ਸਿਖਾਂਦਰੂਪਨਾ ਇਹਦੇ ਵਿੱਚ ਕੀ ਕੀਤਾ ਜਾਂਦਾ ਵੀ ਇਹਦੇ ਵਿੱਚ ਇੱਕ ਵਿਅਕਤੀ ਨੂੰ ਕੀ ਦਿੱਤੀ ਜਾਂਦੀ ਹੈ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਮਤਲਬ ਗਾਈਡੈਂਸ ਦਿੱਤੀ ਜਾਂਦੀ ਹੈ ਦੂਸਰੇ ਵਿਅਕਤੀ ਨੂੰ ਮਤਲਬ ਘੱਟ ਐਕਸਪੀਰੀਅੰਸ ਵਾਲੇ ਵਿਅਕਤੀ ਨੂੰ ਗਾਈਡ ਇੱਥੇ ਕੀ ਕਰਦੇ ਆ ਆਪਾਂ ਟ੍ਰੇਨਿੰਗ ਦਿੰਦੇ ਆ ਇੱਕ ਤਰ੍ਹਾਂ ਨਾਲ। ਪੀਅਰ ਇੰਟਰੈਕਸ਼ਨ ਦਾ ਤੁਹਾਨੂੰ ਪਤਾ ਹੈ ਸਾਥੀਆਂ ਦੇ ਵਿੱਚ ਆਪਸੀ ਮੇਲ ਜੋਲ ਵਿਵਹਾਰ ਗੱਲਬਾਤ ਸਾਰੀ ਕਿਰਿਆਵਾਂ ਆ ਜਾਂਦੀਆਂ ਉਹਨਾਂ ਦੀਆਂ। ਤਾਂ ਆਨਸਰ ਕੀ ਬਣਦਾ ਵੀ ਗਾਈਡਡ ਪਾਰਟਿਸਿਪੇਸ਼ਨ ਜਿਹਦੇ ਵਿੱਚ ਕੀ ਕੀਤਾ ਜਾਂਦਾ ਹੈ ਇੱਕ ਗਾਈਡੈਂਸ ਦਿੱਤੀ ਜਾਂਦੀ ਹੈ ਵੱਧ ਐਕਸਪੀਰੀਅੰਸਡ ਪਰਸਨ ਤੋਂ ਘੱਟ ਬੰਦੇ ਵੱਲ ਜਿਹਦੇ ਲਈ ਉਹ ਕੁਝ ਐਗਜ਼ਾਮਪਲਸ ਲੈ ਕੇ ਚੱਲਦਾ ਹੈਗਾ। ਤਾਂ ਤੁਹਾਡਾ ਆਨਸਰ ਬਣਦਾ ਵੀ ਰਾਈਟ ਸੈਕਿੰਡ ਆਪਸ਼ਨ। ਨੈਕਸਟ ਹੈਗਾ ਕੁਐਸਚਨ ਨੰਬਰ 8 ਅਕੋਰਡਿੰਗ ਟੂ ਪਿਆਜੇ which of the following is not one of the 4 stages of moral development। ਤਾਂ ਪਿਆਜੇ ਨੇ ਮੋਰਲ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਬਈ ਸਭ ਤੋਂ ਪਹਿਲਾਂ ਕਿਉਂਕਿ ਜਿਹੜੀ ਮੋਰਲ ਡਿਵੈਲਪਮੈਂਟ ਦੀ ਥਿਊਰੀ ਦਿੱਤੀ ਗਈ ਉਹ ਜੀਨ ਪਿਆਜੇ ਦੁਆਰਾ ਦਿੱਤੀ ਗਈ। ਉਸ ਤੋਂ ਬਾਅਦ ਹੀ ਆਪਾਂ ਗੱਲ ਕਰਦੇ ਹਾਂ ਜਿਹੜੀ ਮੋਰਲ ਡਿਵੈਲਪਮੈਂਟ ਦਿੱਤੀ ਗਈ ਕਿਹਦੇ ਦੁਆਰਾ ਕੋਲਬਰਗ ਹੈਵਿਗਹਸਟ ਮਤਲਬ ਇਹਨਾਂ ਦੁਆਰਾ ਕੀ ਦਿੱਤੀ ਗਈ ਹੈ ਮੋਰਲ ਡਿਵੈਲਪਮੈਂਟ ਜਾਂ ਕਾਰਲ ਗਿਲੀਗਨ ਦੀ ਗੱਲ ਕਰਦੇ ਆਪਾਂ। ਤਾਂ ਇਹਨਾਂ ਨੇ ਕਿਹਾ ਵੀ ਇਹਨਾਂ ਵਿੱਚੋਂ ਕਿਹੜਾ ਪਿਆਜੇ ਦੇ ਨੈਤਿਕ ਵਿਕਾਸ ਦੇ ਪੜਾਵਾਂ ਵਿੱਚੋਂ ਨਹੀਂ ਹੈ। ਅਨੋਮੀ ਨਹੀਂ ਹੈਗਾ ਬਿਲਕੁਲ ਹੈਗਾ ਅਨੋਮੀ ਤਾਂ ਵੀ। ਹੈਟਰੋਨੋਮੀ ਐਡੋਲਸੈਂਸ ਇਹ ਵੀ ਹੈਗਾ ਆਟੋਨੋਮੀ ਐਡੋਲਸੈਂਸ ਇਹ ਵੀ ਹੈਗਾ। ਸੈਂਸਰੀ ਮੋਟਰ ਨਹੀਂ ਹੈਗਾ ਵੀ ਕਿਉਂਕਿ ਸੈਂਸਰੀ ਮੋਟਰ ਦਾ ਸੰਬੰਧ ਮੋਰਲ ਡਿਵੈਲਪਮੈਂਟ ਨਾਲ ਨਹੀਂ ਹੈਗਾ ਬਲਕਿ ਇਹਦਾ ਸੰਬੰਧ ਕਿਹਦੇ ਨਾਲ ਹੈਗਾ ਤੁਹਾਡਾ ਕੋਗਨੀਟਿਵ ਡਿਵੈਲਪਮੈਂਟ ਹੈਗਾ ਨਾਲ ਹੈਗਾ। ਤਾਂ ਤੁਹਾਡਾ ਰਾਈਟ ਆਨਸਰ ਕੀ ਬਣਦਾ ਹੈ 4th ਆਪਸ਼ਨ। ਇਹਨੇ ਪੁੱਛਿਆ ਸੀ ਕਿਹੜਾ ਪੜਾਅ ਮੋਰਲ ਡਿਵੈਲਪਮੈਂਟ ਦਾ ਇਹਨਾਂ ਦੇ ਵਿੱਚੋਂ ਨਹੀਂ ਹੈ ਤਾਂ ਕਿਉਂਕਿ ਸੈਂਸਰੀ ਮੋਟਰ ਦਾ ਜਿਹੜਾ ਪੜਾਅ ਹੈਗਾ ਉਹ ਕਿਹਦੇ ਨਾਲ ਸੰਬੰਧ ਰੱਖਦਾ ਹੈਗਾ ਕੋਗਨੀਟਿਵ ਡਿਵੈਲਪਮੈਂਟ ਦੇ ਨਾਲ ਸੰਬੰਧ ਰੱਖਦਾ ਹੈਗਾ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 9 ਅਕੋਰਡਿੰਗ ਟੂ ਦਾ ਥਿਊਰੀ ਆਫ ਮਲਟੀਪਲ ਇੰਟੈਲੀਜੈਂਸ। ਕਹਿੰਦੇ ਮਲਟੀਪਲ ਇੰਟੈਲੀਜੈਂਸ ਦੇ ਸਿਧਾਂਤ ਦੇ ਅਨੁਸਾਰ ਅੰਡਰਸਟੈਂਡਿੰਗ ਵਨਸ ਓਨ ਫੀਲਿੰਗਸ ਆਪਣੀਆਂ ਇੱਕ ਵਿਅਕਤੀ ਦੀਆਂ ਆਪਣੇ ਉਦੇਸ਼ਾਂ ਤੇ ਭਾਵਨਾਵਾਂ ਨੂੰ ਸਮਝਣਾ ਮੋਟਿਵਸ ਉਦੇਸ਼ ਆ ਗਿਆ ਵੀ ਡਿਜ਼ਾਇਰਸ ਇੱਛਾਵਾਂ ਇਹਨਾਂ ਨੂੰ ਸਮਝਣਾ ਇਜ਼ ਕੀ ਕਿਹਾ ਜਾਂਦਾ ਇਜ਼ ਕਾਲਡ ਬੁੱਧੀ ਦੇ ਸਿਧਾਂਤ ਅਨੁਸਾਰ ਸਵੈ ਅਹਿਸਾਸ ਉਦੇਸ਼ਾਂ ਇੱਛਾਵਾਂ ਦੀ ਸਮਝਦਾਰੀ ਨੂੰ ਕਿਹਾ ਜਾਂਦਾ ਹੈ। ਇਹਨੂੰ ਕੀ ਕਿਹਾ ਜਾਊਗਾ ਵੀ ਦੇਖੋ ਆਪਾਂ ਮਲਟੀਪਲ ਇੰਟੈਲੀਜੈਂਸ ਕਰਨੀ ਹੈ ਫਿਲਹਾਲ ਜਿਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਦੋ ਤਰ੍ਹਾਂ ਦੀ ਬੁੱਧੀ ਦੀ ਗੱਲ ਕਰਾਂਗੇ ਇੱਥੇ। ਵੈਸੇ ਬੁੱਧੀ ਤਾਂ ਇੱਥੇ ਜੇ ਆਪਾਂ ਗੱਲ ਕਰੀਏ ਓਵਰਆਲ ਤਾਂ ਇਹਨਾਂ ਨੇ ਕੀਤੀ ਹੈ 9 ਜਿਹਦੇ ਵਿੱਚੋਂ 7 ਪਹਿਲਾਂ ਆਈਆਂ ਤੇ 2 ਬਾਅਦ ਦੇ ਵਿੱਚ ਇਨਕਲੂਡ ਕੀਤੀ ਹੈਗੀ ਆ ਜਿਨ੍ਹਾਂ ਦੇ ਵਿੱਚੋਂ 8th ਜਿਹੜੀ ਟਾਈਪ ਦੀ ਇੰਟੈਲੀਜੈਂਸ ਸੀਗੀ 1998 ਦੇ ਵਿੱਚ ਐਂਡ
ਜਿਹੜੀ ਤੁਹਾਡੀ ਲਾਸਟ ਵਨ 9th ਟਾਈਪ ਆਫ ਇੰਟੈਲੀਜੈਂਸ ਐਡ ਕੀਤੀ ਗਈ ਉਹ 2000 ਦੇ ਵਿੱਚ ਐਡ ਕੀਤੀ ਗਈ, ਸਾਲ 2000 ਦੇ ਵਿੱਚ। ਤਾਂ ਜਿਹਦੇ ਵਿੱਚ ਉਹ ਆਪਾਂ ਗੱਲ ਕਰਦੇ ਹਾਂ ਇੰਟਰਪਰਸਨਲ ਤੇ ਇੰਟਰਾਪਰਸਨਲ। ਇੰਟਰਪਰਸਨਲ ਤੇ ਇੰਟਰਾਪਰਸਨਲ ਕੀ ਹੈਗਾ ਬਈ? ਇੰਟਰ ਦੇਖਣ ਨੂੰ ਇਹ ਲੱਗਦਾ ਵੀ ਅੰਦਰੂਨੀ, ਪਰ ਇਹਦਾ ਸੰਬੰਧ ਹੁੰਦਾ ਦੂਸਰਿਆਂ ਦੇ ਬਿਹੇਵੀਅਰ, ਇੱਛਾਵਾਂ ਤੇ ਵਿਵਹਾਰ ਦੇ ਨਾਲ। ਹੁਣ ਜੇ ਆਪਾਂ ਗੱਲ ਕਰਦੇ ਹਾਂ ਇੰਟਰਾਪਰਸਨਲ, ਪੜ੍ਹਨ ਨੂੰ ਇਹ ਲੱਗਦਾ ਇੰਟਰਾ ਦੂਸਰੇ ਨਾਲ ਸੰਬੰਧਿਤ, ਇੱਥੇ ਕਿਹਦੀ ਗੱਲ ਲੱਗਦੀ ਹੈ? ਦੂਸਰੇ ਨਾਲ, ਬਟ ਇਹਦਾ ਸੰਬੰਧ ਕਿਹਦੇ ਨਾਲ ਹੁੰਦਾ ਹੈ? ਆਪਣੇ ਨਾਲ। ਇੰਟਰਾ ਦਾ ਸੰਬੰਧ ਆਪਣੇ ਨਾਲ ਐਂਡ ਇੰਟਰ ਦਾ ਸੰਬੰਧ ਦੂਸਰਿਆਂ ਦੇ ਨਾਲ ਹੁੰਦਾ ਹੈ। ਤਾਂ ਇਹਨੇ ਕਿਹਾ ਵੀ ਆਪਣੀਆਂ ਭਾਵਨਾਵਾਂ ਨੂੰ ਸਮਝਣਾ, ਆਪਣੇ ਉਦੇਸ਼ਾਂ, ਇੱਛਾਵਾਂ ਨੂੰ ਸਮਝਣਾ। ਸਮਝਦਾਰੀ ਕੀ ਹੈਗੀ ਬਈ? ਇੰਟਰਪਰਸਨਲ ਹੈ ਜਾਂ ਇੰਟਰਾਪਰਸਨਲ? ਮੈਂ ਪਹਿਲੀ ਕਿਹਾ ਇੰਟਰ ਦੂਸਰਿਆਂ ਨਾਲ ਤੇ ਇੰਟਰਾ ਦਾ ਸੰਬੰਧ ਕਿਹਦੇ ਨਾਲ ਹੈ? ਆਪਣੇ ਨਾਲ। ਤਾਂ ਇਹਦੇ ਚੋਂ ਆਨਸਰ ਕੀ ਬਣੇਗਾ ਵੀ? ਰਾਈਟ ਆਨਸਰ ਕਰ ਦਿਓ ਜਲਦੀ। ਤਾਂ ਆਪਣੇ ਕੋਲੇ ਰਾਈਟ ਆਨਸਰ ਬਣੇਗਾ ਇੰਟਰਾਪਰਸਨਲ ਇੰਟੈਲੀਜੈਂਸ, ਕਿਉਂਕਿ ਇੰਟਰਾਪਰਸਨਲ ਦਾ ਸੰਬੰਧ ਕਿਹਦੇ ਨਾਲ ਹੁੰਦਾ ਹੈਗਾ? ਤੁਹਾਡਾ ਆਪਣੇ ਆਪ ਨਾਲ ਹੁੰਦਾ ਬਈ। ਕੁਐਸਚਨ ਨੰਬਰ 10 ਹੈ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ ਅਬਾਊਟ ਲਰਨਿੰਗ। ਹੇਠ ਲਿਖਿਆ ਵਿੱਚੋਂ ਕਿਹੜਾ ਸਿੱਖਣ ਸੰਬੰਧ ਵਿੱਚ ਸਹੀ ਹੈ ਕਿਹੜਾ ਕਥਨ ਸਹੀ ਹੈ? ਇਹ ਪੁੱਛਿਆ ਟਰੂ ਅਬਾਊਟ ਲਰਨਿੰਗ। ਲਰਨਿੰਗ ਇਜ਼ ਫੰਡਾਮੈਂਟਲੀ ਐ ਮੈਂਟਲ ਐਕਟੀਵਿਟੀ। ਸਿੱਖਣਾ ਕਹਿੰਦੇ ਬੁਨਿਆਦੀ ਦਿਮਾਗੀ ਕਿਰਿਆ ਹੈ, ਕਹਿੰਦੇ ਬੁਨਿਆਦੀ ਫੰਡਾਮੈਂਟਲੀ ਮੈਂਟਲ ਐਕਟੀਵਿਟੀ ਹੈਗੀ। ਐਰਰਸ ਮੇਡ ਬਾਈ ਚਿਲਡਰਨ ਇੰਡੀਕੇਟ ਦ ਨੋ ਲਰਨਿੰਗ हैज़ टेकन प्लेस। कहते जेकर बच्चे की करते हैं, गलतियां करते हैं, तो इस चीज़ वाल संकेत करता है भी उन्होंने कुछ भी की नहीं किया है, सिक्ख्या नहीं है। लर्निंग इज़ इफेक्टिव इन अ एनवायरनमेंट दैट इज़ इमोशनली पॉजिटिव एंड सैटिस्फाइंग फैक्टर एट एनी स्टेज ऑफ लर्निंग। सिखना अजिहे वातावरण प्रभावशाली होंदा है जिहड़ा उसारू भावना वाला होवे अते विद्यार्थियों को संतुष्ट करे। कहते लर्निंग उस एनवायरनमेंट के सक्सैसफुल हैगी जिथे की है सिखना की होगा प्रभावशाली, तो बच्चे को की कर रहा है? मोटिवेट कर रहा है, संतुष्ट कर रहा है, उत्साह दे रहा है। नैक्सट आता लर्निंग इज़ नोट अफेक्टेड बाय इमोशनल फैक्टर एट एनी स्टेज ऑफ लर्निंग। कहते लर्निंग के उपर इमोशनल भावात्मक तत्तां का प्रभाव नहीं पैंदा। ये तो हुई तुहाडी डायरैक्ट गलत भी। हुण इहने क्या सिर्फ मैंटल एक्टिविटी है, ये भी गलत हैगा। अपने कोल की चलदा है? कहते बच्चों वालों कीतियां गईयां गलतियां यह संकेत करदियां ने कि कुछ भी सिक्ख्या नहीं है। तो गलतियां का मतलब ये नहीं होता भी उन्हें कदे भी कुछ सिक्ख्या ही नहीं है। तो थर्ड ऑप्शन तो डी सी इत्थे की करता भी वह उसारू भावनावां वाला होवे ते विद्यार्थियों को संतुष्ट करे। कौन? सिखना अजिहे वातावरण दे विच होना चाहिए भी। तो ऑप्शन नंबर 3 की बनती है तुहाडा राइट आंसर। नैक्सट क्वेश्चन है जी विच ऑफ द फॉलोइंग स्टेटमेंट अबाउट अडोलसेंट इज ट्रू। हेठ लिखे विचों किहड़ा किशोर अवस्था विच कथन सही है? गर्ल्स टिपिकली स्टार्ट देयर पर्वटल ग्रोथ स्पर्ट मोर दैन अ ईयर बिफोर बॉयज़। खास तौर पर कुड़ियां विच मुटियारपन की अवस्था मुंडियां नालों 1 साल तो पहला ही आ जाती है। तो ये दसो भी अडोलसेंट नाल संबंधित हैगा विचार। कहते नैक्सट हैगा अडोलसेंट ऑल्दो द एज एट विच इंडिविजुअल चिल्ड्रन बिगिन टू मैच्योर वेरीज। कहते प्रौढ़ उम्र इकल्ले बच्चे विच भी भिन्न हो सकती है। इकल्ले बच्चे च कहते प्रौढ़ उम्र की होगी भिन्न होगी, पर गर्भ इत्थे थोड़ी मिस्टेक है भी गर्भ रेट होएगा होने लई लगन वाला समा लगभग एक समान होंदा है। देखो ये तो हो गया भी तुहाडा गलत, उन्हें सही पूछा सीगा तुहानूं, क्योंकि ये कहते भी हरेक प्रौढ़ उम्र इकल्ले बच्चे च भिन्न होगी, इकल्ले च भिन्न नहीं होंदी। किशोर अवस्था समय व्यक्ति अपनाता ते लिंग मूलक इच्छा पूर्ति दोहां की लोड़ महसूस करता है। तो यही गल नहीं हो रही भी ये हाँ ट्रू है जिहदे आपां गल कर रहे हैं भी लड़कियां की हैगियां, लड़कियां दे विच जिहड़ी मुटियारपन की अवस्था है वो लड़कियां नालों की आ जाती है, पहला ही आ जाती है। तो फर्स्ट ऑप्शन बनती है तुहाडी राइट आंसर। क्वेश्चन नंबर 12 है स्काफोल्डिंग इन द कंटैक्सट ऑफ लर्निंग थ्योरीज रेफर्स टू। स्काफोल्डिंग का संदर्भ है जिहड़ा वो संकेत करता है सीखण के सिद्धांत के संदर्भ दे विच। स्काफोल्डिंग संकेत करता है काहदे वल संकेत करता है? अनुकरण करके सिखाउण वल, पूर्व सीखण के पुनर दोहराव वल, बालग की सीखण विच सहायता करने वाल, विद्यार्थियों वालों कीतियां गई गलतियां के कारणों की पड़ताल करने वाल। आंसर कर दो जी ਇਹਦਾ ਕੀ ਆਏਗਾ? स्काफोल्डिंग ਆਪਾਂ बहुत बारी डिस्कस कर चुके हैं, प्रीवियस ईयर पेपर ਦੇ ਵਿੱਚ कई बारी आ चुके हैं, वैसे भी ਆਪਾਂ ਇਹ टर्म भी कर चुके हैं।
ਤਾਂ ਸਕਾਫੋਲਡਿੰਗ ਦਾ ਸੰਬੰਧ ਕਿਹਦੇ ਨਾਲ ਹੈਗਾ? ਤਾਂ ਕੀ ਹੈਗਾ? ਗਿਵਿੰਗ ਸਪੋਰਟ ਇਨ ਲਰਨਿੰਗ ਬਾਈ ਐਡਲਟਸ, ਵੱਡਿਆਂ ਦੁਆਰਾ ਕੀ ਕੀਤੀ ਜਾਂਦੀ ਹੈ? ਲਰਨਿੰਗ ਦੇ ਵਿੱਚ ਹੈਲਪ ਕੀਤੀ ਜਾਂਦੀ ਹੈ। ਤਾਂ ਰਾਈਟ ਆਨਸਰ ਬਣਦੀ ਹੈ ਥਰਡ ਆਪਸ਼ਨ ਤੁਹਾਡੀ। क्वेश्चन नंबर 13 है द बिहेवियर शोइंग इंटरपर्सनल इंटैलीजेंस, सॉरी इंटर नहीं हैगा, इंट्रा हैगा, हाँ जी इंट्रा ही हैगा, अंतर व्यक्तिगत, वो अंतर होगा, ये अंतर व्यक्तिगत बुद्धि दी व्यवहार प्रगटाउंदा है। हुण मैं इंट्रापर्सनल के अकॉर्डिंग कर रही हूँ, पंजाबी वाला एक बार तुसीं चैक कर लेना भी इंट्रापर्सनल। तां कहते डिटेक्ट, इंट्रा का संबंध किहदे नाल हुंदा? अपने नाल हुंदा अंदरूनी। डिटेक्टिंग अनदर्स, ਇਹਦਾ ਕਹਿੰਦਾ ਦੂਸਰਿਆਂ ਦੀ ਗੱਲ ਕਰ ਰਿਹਾ, ਤਾਂ ਹੋ ਗਈ ਗਲਤ ਵੀ। ਰੀਡਿੰਗ ਅਨਦਰਸ ਮੂਡ, ਇਹ ਦੂਸਰੇ ਦੇ ਵਿਵਹਾਰ ਦੀ ਗੱਲ ਕਰਦਾ ਹੈ। ਡਿਸਕ੍ਰਿਮੀਨੇਸ਼ਨ ਅਮੰਗ ਸੱਚ ਸਿਮਿਲਰ ਇਮੋਸ਼ਨਸ ਐਜ਼ ਸੈਡਨੈਸ ਐਂਡ ਰੀਗਰਟ, ਬੱਚੇ ਦੀ ਸਿੱਖਣ ਵਿੱਚ ਸਹਾਇਤਾ ਕਰਨ ਵੱਲ, ਬੱਚੇ ਦੀ ਸਿੱਖਣ ਦੇ ਵਿੱਚ ਸਹਾਇਤਾ ਕਰਨੀ ਹੈ, ਜਿਹਦੇ ਵਿੱਚ ਕਿਹਦੀ ਗੱਲ ਹੋ ਰਹੀ ਹੈ? ਜਿਹੜਾ ਡਿਸਕ੍ਰਿਮੀਨੇਸ਼ਨ ਹੋ ਰਿਹਾ ਉਹਨੂੰ ਭੁਲਾਇਆ ਜਾਣਾ ਚਾਹੀਦਾ ਹੈ ਨਾ। ਤਾਂ ਯੂਜ਼ਿੰਗ ਨੋਲੇਜ ਆਫ ਅਦਰਸ ਟੂ ਇਨਫਲੂਐਂਸ ਦੇਅਰ ਥੋਟ ਐਂਡ ਬਿਹੇਵੀਅਰ, ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਦੇ ਕਾਰਨਾਂ ਦੀ ਪੜਤਾਲ ਕਰਨ ਵੱਲ। ਤਾਂ ਕਾਰਨਾਂ ਦੀ ਪੜਤਾਲ ਨਾਲ ਸੰਬੰਧਿਤ ਨਹੀਂ ਹੈਗੀ ਵੀ ਅੰਤਰ ਵਿਅਕਤੀਗਤ ਮੀਨਸ ਇੰਟਰਾਪਰਸਨਲ। ਤਾਂ ਆਪਾਂ ਆਨਸਰ ਕੀ ਕਰਾਂਗੇ ਵੀ ਬਾਲਗ ਦੀ ਸਿੱਖਣ ਵਿੱਚ ਸਹਾਇਤਾ ਕਰਨ ਵੱਲ। ਤਾਂ ਇੰਟਰਾਪਰਸਨਲ ਦਾ ਸੰਬੰਧ ਕਿਹਦੇ ਨਾਲ ਹੈ ਵੀ? ਆਨਸਰ ਕਰ ਦਿਓ ਜਲਦੀ ਜਲਦੀ। ਤਾਂ ਆਪਾਂ ਕਹਿ ਰਹੇ ਹਾਂ ਡਿਟੈਕਟਿੰਗ ਅਨਦਰਸ ਹੈ, ਡਿਸਕ੍ਰਿਮੀਨੇਸ਼ਨ ਅਮੰਗ ਸੱਚ ਸਿਮਿਲਰ ਇਮੋਸ਼ਨਸ। ਇੱਥੇ ਵੀ ਤੁਹਾਡੀ ਮਿਸਟੇਕ ਹੈਗੀ ਇੰਗਲਿਸ਼ ਦੇ ਵਿੱਚ, ਤਾਂ ਠੀਕ ਹੈਗਾ ਇੰਗਲਿਸ਼, ਪੰਜਾਬੀ ਦੇ ਵਿੱਚ ਬਾਲਗ ਦੀ ਸਿੱਖਣ ਵਿੱਚ ਸਹਾਇਤਾ ਕਰਨ ਨਾਲ, ਨਹੀਂ ਵੀ ਇਹ ਨਹੀਂ ਹੈਗਾ, ਇੱਥੇ ਧਿਆਨ ਦੇਣਾ ਹੈਗਾ, ਇੱਥੇ ਮਿਸਟੇਕ ਹੈਗੀ ਵੀ, ਮੇਬੀ ਹੋ ਸਕਦਾ ਅੱਗੇ ਪਿੱਛੇ ਹੋਵੇ ਇਹ, ਕਿਉਂਕਿ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਦੇ ਕਾਰਨਾਂ ਦੀ ਪੜਤਾਲ ਕਰਨਾ। ਇੱਥੇ ਵੀ ਦੇਖੋ ਇੰਗਲਿਸ਼ ਦੇ ਅਕੋਰਡਿੰਗ ਆਨਸਰ ਕਰਾਂਗੇ ਆਪਾਂ ਡਿਸਕ੍ਰਿਮੀਨੇਸ਼ਨ ਅਮੰਗ ਸੱਚ ਸਿਮਿਲਰ ਇਮੋਸ਼ਨਸ ਐਜ਼ ਸੈਡਨੈਸ ਐਂਡ ਰੀਗਰਟ, ਜਿਹੜਾ ਪਛਤਾਵਾ ਹੋ ਰਿਹਾ, ਜਿਹੜੀ ਇਮੋਸ਼ਨਸ ਹੈਗੇ ਉਹ ਕਿਹਦੇ ਇਮੋਸ਼ਨਸ ਹੈ? ਆਪਣੇ। ਜੇ ਕੁਝ ਨਹੀਂ ਕਹਿ ਰਿਹਾ ਵੀ ਦੂਸਰੇ ਵਿਅਕਤੀ ਦੇ ਹੈ ਤਾਂ ਇਹਦਾ ਮਤਲਬ ਕੀ ਹੈ? ਜੇ ਨਹੀਂ ਕਿਹਾ ਤਾਂ ਆਪਾਂ ਕੀ ਮੰਨ ਕੇ ਚੱਲਦੇ ਹਾਂ ਵੀ ਉਹ ਆਪਣੀ ਇਮੋਸ਼ਨਸ ਦੀ ਗੱਲ ਹੋ ਰਹੀ ਹੈ। ਤਾਂ ਬਾਕੀ ਸਾਰਿਆਂ ਦੇ ਵਿੱਚ ਚੈੱਕ ਕਰੋ ਅਨਦਰ ਅਦਰਸ ਦੀ ਗੱਲ ਹੋ ਰਹੀ ਹੈ, ਤਾਂ ਤੁਹਾਡਾ ਰਾਈਟ ਆਨਸਰ ਬਣਦੀ ਹੈ ਥਰਡ ਆਪਸ਼ਨ। क्वेश्चन नंबर 14 है विच थ्योरी ऑफ चाइल्ड डेवलपमेंट इज सपोर्टेड बाय frequent finding that adults who abuse their children typically come from families in which they themselves were abused। कहते आम तौर पर की ऑब्जर्व किया जाता है कि वो बालग व्यक्ति ਜਿਹੜੇ ਆਪਣੇ ਬੱਚਿਆਂ ਨਾਲ ਦੁਰਵਿਵਹਾਰ ਕਰਦੇ ਹਨ ਉਹ ਵਿਸ਼ੇਸ਼ ਤੌਰ ਤੇ ਉਹਨਾਂ ਬੁੱਧੀ ਉਹਨਾਂ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ ਜਿਨ੍ਹਾਂ ਵਿੱਚੋਂ ਉਹਨਾਂ ਨਾਲ ਪਹਿਲਾਂ ਹੀ ਦੁਰਵਿਵਹਾਰ ਹੁੰਦਾ ਰਿਹਾ ਹੋਵੇ। ਇਹ ਬੱਚੇ ਦੇ ਵਿਕਾਸ ਦੇ ਕਿਹੜੇ ਸਿਧਾਂਤ ਨੂੰ ਉਜਾਗਰ ਕਰਦਾ ਹੈ? ਕਹਿੰਦੇ ਜੇ ਬੱਚਾ ਇਸ ਤਰ੍ਹਾਂ ਦੇ এনवायरमेंट ਦੇ ਵਿੱਚੋਂ ਆ ਰਿਹਾ ਜਿੱਥੇ ਉਹਦੇ ਨਾਲ ਪਹਿਲਾਂ ਵੀ ਕੀ ਹੋ ਰਿਹਾ ਸੀ? ਦੁਰਵਿਵਹਾਰ ਹੋ ਰਿਹਾ ਸੀਗਾ, ਤਾਂ ਇਹ ਕਿਸ ਨੂੰ ਉਜਾਗਰ ਕਰੂਗਾ? ਫਰਾਇਡੀਅਨ ਸਾਈਕੋ ਐਨਾਲਿਟਿਕ ਥਿਊਰੀ, ਫਰਾਇਡ ਦੇ ਮਨੋਵਿਸ਼ਲੇਸ਼ਣਾਤਮਕ ਸਿਧਾਂਤ ਨੂੰ, ਸੂਚਨਾ ਪ੍ਰਕਰਮਨ ਦਾ ਸੰਬੰਧ ਦਾ ਕਿਹਦੇ ਨਾਲ ਹੈ? ਇਨਫੋਰਮੇਸ਼ਨ ਪ੍ਰੋਸੈਸਿੰਗ ਦਾ ਸੰਬੰਧ ਦਾ ਕਿਹਦੇ ਨਾਲ ਹੈ? ਵੀ ਮੈਮਰੀ ਨਾਲ ਆ ਗਿਆ। ਇਕੋਲੋਜੀਕਲ ਥਿਊਰੀ, ਪ੍ਰਸਥਿਤੀ ਜੀਵ ਵਿਗਿਆਨ ਪ੍ਰਸਥਿਤੀ ਵਿਗਿਆਨ ਦੀ ਆਪਾਂ ਕਰ ਲਈ ਹੈ। ਤਾਂ ਸੋਸ਼ਲ ਲਰਨਿੰਗ ਥਿਊਰੀ, ਸਮਾਜਿਕ ਸਿੱਖਣ ਦਾ ਸਿਧਾਂਤ ਇਹਦੇ ਨਾਲ ਸੰਬੰਧਿਤ ਹੈ ਵੀ ਦੱਸ ਦਿਓ। ਆਪਾਂ ਕਹਿ ਰਹੇ ਹਾਂ ਜਿਹੜੇ ਵਿਅਕਤੀ ਆਪਣੇ ਬੱਚਿਆਂ ਨਾਲ ਕੀ ਕਰ ਰਹੇ ਆ? ਦੁਰਵਿਵਹਾਰ ਕਰਦੇ ਆ, ਤਾਂ ਕਿਹਦੇ ਨਾਲ ਸੰਬੰਧਿਤ ਹੈਗਾ? ਅੱਗੇ ਕੀ ਹੈਗਾ? ਉਹਨਾਂ ਨਾਲ ਪਹਿਲਾਂ ਵੀ ਉਸ ਤਰ੍ਹਾਂ ਦਾ ਵਿਵਹਾਰ ਹੋਇਆ ਇਸ ਕਰਕੇ ਕਰ ਰਹੇ ਹੈਗੇ। ਤਾਂ ਕੀ ਹੈ ਵੀ ਸੋਸ਼ਲ ਲਰਨਿੰਗ ਹੈਗੀ, ਕਿਉਂਕਿ ਉਹਨਾਂ ਨੇ ਪਹਿਲਾਂ ਕਿਸੇ ਤੋਂ ਸਿੱਖਿਆ, ਹੁਣ ਉਹ ਕਿਸੇ ਤੇ ਦਿਖਾ ਰਹੇ ਆ, ਫਿਰ ਜਿਹੜੇ ਅੱਗੇ ਉਹਨਾਂ ਤੋਂ ਸਿੱਖਣਗੇ ਉਹ ਹੋਰ ਕਿਸੇ ਤੇ ਦਿਖਾਣਗੇ। ਤਾਂ ਕੀ ਹੈ ਵੀ ਇਹ ਸੋਸ਼ਲ ਸਮਾਜ ਦੇ ਵਿੱਚ ਰਹਿ ਕੇ ਉਹਨਾਂ ਕੋਲੋਂ ਕੀ ਕਰ ਰਿਹਾ? ਸਿੱਖ ਰਿਹਾ ਹੈਗਾ। ਕੁਐਸਚਨ ਨੰਬਰ 15 ਤੇ ਅੱਜ ਦਾ ਤੁਹਾਡਾ ਹੈਗਾ ਲਾਸਟ ਕੁਐਸਚਨ ਦਾ ਆਨਸਰ ਕਰਨਾ ਧਿਆਨ ਨਾਲ, ਬਹੁਤ ਸਿੰਪਲ ਜਿਹਾ ਕੁਐਸਚਨ ਹੈਗਾ। Object permanency is the major accomplishment of which stage of Piaget's cognitive development? ਵਸਤੂ ਸਥਾਈਪਨ ਪਿਆਜੇ ਦੇ ਗਿਆਨਮਈ ਵਿਕਾਸ ਦੇ ਕਿਹੜੇ ਪੜਾਅ ਦੀ ਮੁੱਖ ਪ੍ਰਾਪਤੀ ਹੈ? ਤਾਂ ਕਿਹੜੇ ਪੜਾਅ ਦੀ ਪ੍ਰਾਪਤੀ ਹੈਗੀ? ਕੋਗਨੇਟਿਵ ਡਿਵੈਲਪਮੈਂਟ ਦੱਸਣਾ ਵੀ ਸੈਂਸਰੀ ਮੋਟਰ ਦੀ, ਪ੍ਰੀ ਆਪਰੇਸ਼ਨਲ ਦੀ, ਇੱਕ ਗ੍ਰੀਟ ਦੀ ਜਾਂ ਫਾਰਮਲ ਆਪਰੇਸ਼ਨਲ ਦੀ। ਆਨਸਰ ਦੱਸ ਦਿਓ ਵੀ ਵਸਤੂ ਸਥਾਈਪਨ। ਹੁਣ ਦੇਖੋ ਇਹੀ ਕੁਐਸਚਨ ਆਈ ਥਿੰਕ ਕੱਲ੍ਹ ਜਾਂ ਪਰਸੋਂ ਮੈਂ ਤੁਹਾਨੂੰ ਕਰਵਾਇਆ, ਹੋਰ ਕਿਸੇ ਐਗਜ਼ਾਮ ਦੇ ਵਿੱਚ ਆਇਆ ਹੈ ਨਾ, PSTET ਆਈ ਥਿੰਕ 1 ਦੇ ਵਿੱਚ ਸੀਗਾ।
ਤਾਂ ਪਿਆਜੇ ਦੇ ਵਿੱਚ ਕਹਿੰਦੇ ਕਿਹਦੀ ਗੱਲ ਹੋ ਰਹੀ ਹੈ, ਵਸਤੂ ਸਥਾਈਪਨ ਦੀ ਮੁੱਖ ਪ੍ਰਾਪਤੀ ਹੈ। ਮੁੱਖ ਪ੍ਰਾਪਤੀ ਕਿੱਥੇ ਹੈਗੀ, ਸੈਂਸਰੀ ਮੋਟਰ ਸਟੇਜ ਦੇ ਵਿੱਚ। ਉੱਥੇ ਹੀ ਆਪਾਂ ਗੱਲ ਕਰਦੇ ਹਾਂ ਆਲਮੋਸਟ ਆਪਾਂ ਇਹ ਮੰਨ ਕੇ ਚੱਲਦੇ ਹਾਂ ਵੀ 1.5 ਸਾਲ ਦੇ ਬੱਚੇ ਦੇ ਵਿੱਚ ਆਬਜੈਕਟ ਪਰਮਨੈਂਸ ਆਉਣੀ ਕੀ ਹੋ ਜਾਂਦੀ ਹੈ ਸਟਾਰਟ, ਜਿਹਦੇ ਵਿੱਚ ਬੱਚੇ ਕੋਲ ਦੇ ਸਾਹਮਣੇ ਚੀਜ਼ ਹੈ ਤਾਂ ਮੰਨਦਾ ਹੈਗਾ। ਆਪਾਂ ਕਹਿੰਦੇ ਨੇ ਜੇ ਸਾਹਮਣੇ ਚੀਜ਼ ਤਾਂ ਮੰਨਦਾ ਹੈਗੀ ਹੈ, ਜੇ ਨਹੀਂ ਹੈਗਾ ਨਹੀਂ ਸਾਹਮਣੇਗੀ ਤਾਂ ਨਹੀਂ ਮੰਨਦਾ, ਤਾਂ ਉਹ ਵਸਤੂ ਸਥਾਈਪਨ ਨਹੀਂ ਹੈਗਾ। ਜੇ ਲੁਕੋ ਦਿੱਤੀ ਜਾਂਦੀ ਹੈ ਤਾਂ ਉਹਨੂੰ ਜੇ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਵੀ ਉਹ ਚੀਜ਼ ਹੈਗੀ ਹੈ ਪਰ ਉਹਨੂੰ ਦਿਖਾਈ ਨਹੀਂ ਦੇ ਰਹੀ, ਤਾਂ ਉਹਦੇ 'ਚ ਵਸਤੂ ਸਥਾਈਪਨ ਦਾ ਭਾਵ ਆ ਚੁੱਕਿਆ ਹੈ। ਪਰ ਇੱਥੇ ਕਹਿ ਰਿਹਾ ਹੈਗਾ ਵੀ ਲੈਕ ਕਮੀ ਦੀ ਗੱਲ ਪੁੱਛ ਰਿਹਾ ਹੈਗਾ, ਤਾਂ ਕਮੀ ਕਿਹਦੇ ਵਿੱਚ ਪਾਈ ਜਾਂਦੀ ਹੈਗੀ ਇਹਦੀ, ਜਾਂ ਸਟਾਰਟਿੰਗ ਕਿੱਥੇ ਹੁੰਦੀ ਹੈ, ਕੰਪਲੀਸ਼ਨ ਦੀ ਗੱਲ ਹੋਈ, ਸੌਰੀ ਕਮੀ ਦੀ ਨਹੀਂ। ਵਸਤੂ ਸਥਾਈਪਨ ਪਿਆਜੇ ਦੇ ਗਿਆਨਮਈ ਵਿਕਾਸ ਦੇ ਕਿਹੜੇ ਪੜਾਅ ਦੀ ਮੁੱਖ ਪ੍ਰਾਪਤੀ ਦੀ ਗੱਲ ਹੋ ਰਹੀ ਹੈ ਵੀ, ਤਾਂ ਕਿਹੜੀ ਦੇ ਵਿੱਚ, ਸੈਂਸਰੀ ਮੋਟਰ ਸਟੇਜ ਦੇ ਵਿੱਚ। ਮੈਨੂੰ ਅੱਜ ਦੀ ਕਲਾਸ ਦੇ ਵਿੱਚ ਜ਼ਰੂਰ ਆਨਸਰ ਕਰਕੇ ਜਾਣਾ, ਆਊਟ ਆਫ 15 ਤੁਹਾਡੇ ਕਿੰਨੇ ਆਨਸਰ ਸਹੀ ਹੋ ਰਿਹਾ ਹੈ, 15 ਦੇ ਵਿੱਚੋਂ ਕਿੰਨੇ ਆਨਸਰ ਸਹੀ ਹੋ ਰਿਹਾ ਵੀ ਆਨਸਰ ਕਰ ਦੇਣਾ ਹੈ। ਤੇ ਟੈਲੀਗ੍ਰਾਮ ਗਰੁੱਪ ਕਹਿ ਦਿਓ ਜਾਂ WhatsApp ਗਰੁੱਪ ਦੇ ਵਿੱਚ ਜੁਆਇਨ ਕਰ ਲਓ, ਜਿੱਥੋਂ ਤੁਹਾਨੂੰ ਪਤਾ ਚੱਲ ਜਾਂਦਾ ਵੀ ਤੁਹਾਡੀ ਕਲਾਸਿਸ ਦੇ ਵਿੱਚ ਵੀ ਥੋੜਾ ਬਹੁਤ ਸ਼ਡਿਊਲ ਦੇ ਵਿੱਚ ਚੇਂਜਸ ਹੋ ਸਕਦੇ ਹੈਗੇ, ਤਾਂ ਉੱਥੋਂ ਚੈੱਕ ਕਰ ਲਓ। ਉਸ ਤੋਂ ਬਾਅਦ ਤੁਹਾਡਾ ਜਿਹੜਾ ਵੀ ਸ਼ਡਿਊਲ ਹੋਏਗਾ, ਅੱਜ ਤਾਂ ਨਹੀਂ ਹੋਏਗਾ ਦੇਖੋ ਪਾਇਆ ਹੋਇਆ, ਪਰ ਪਾ ਦਿੱਤਾ ਜਾਏਗਾ, ਉਹਦੇ 'ਚ ਜਿਹੜੇ ਵੀ ਥੋੜੇ ਬਹੁਤ ਚੇਂਜਸ ਹੋਣਗੇ ਉਹ ਪਾ ਦਾਂਗੇ ਆਪਾਂ ਤੁਹਾਨੂੰ। ਤਾਂ 15 ਦੇ ਵਿੱਚੋਂ ਮੈਨੂੰ ਆਨਸਰ ਜ਼ਰੂਰ ਕਰ ਦਿਓ ਵੀ ਕਿੰਨੇ ਕੁਐਸਚਨ ਤੁਹਾਡੇ ਸਹੀ ਹੋਏ। ਤਾਂ ਇੱਥੇ ਖਤਮ ਕਰਦੇ ਹਾਂ ਅੱਜ ਦੀ ਕਲਾਸ। ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ, ਜਿਹੜਾ ਵੀ ਨਵਾਂ ਆਇਆ ਹੋਇਆ ਚੈਨਲ 'ਤੇ ਉਹ ਚੈਨਲ ਨੂੰ ਲਾਈਕ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ ਵੀ, ਤੇ ਅੱਗੇ ਕੀ ਕਰਦਿਆ ਕਰੋ, ਚੈਨਲ ਦੇ ਲਿੰਕ ਨੂੰ ਸ਼ੇਅਰ ਕਰ ਦਿਆ ਕਰੋ। ਥੈਂਕਸ ਫॉर ਵਾਚਿੰਗ। ਮੈਂ ਉਮੀਦ ਕਰਦੀ ਹਾਂ ਤੁਸੀਂ ਸ਼ੇਅਰ ਕਰ ਦੋਗੇ, ਐਂਡ ਥੈਂਕਸ ਫॉर ਸ਼ੇਅਰਿੰਗ।